बुलेटिन की शुरुआत करते हैं पंजाब विधान सभा विशेष इजलास के नाल श्री गुरु तेग बहादुर जी के 400 साला प्रकाश पुरब नूं समर्पित एक दिना विशेष इजलास अज बुलाया गया सी। विशेष इजलास की कार्रवाई ते सब तो पहला विछड़ियां रूहां नूं श्रद्धांजलि दी गई। अखीर विच श्रोमणी अकाली दल ने सदन नूं मुलतवी करन दे प्रस्ताव ते वोटिंग करवाउण दी मंग कीती। हालांकि विरोधी धिर आम आदमी पार्टी वालों सैशन ਵਧਾਏ जाण दी मंग कीती गई। ਅਸੀਂ ਸਾਰਿਆਂ ਨੇ ਸਮਰਥਨ ਕੀਤਾ ਹਰੇਕ ਪਾਰਟੀ ਵਾਲਿਆਂ ਨੇ, ਕਿਉਂਕਿ ਗੁਰੂ ਸਾਹਿਬ ਦੀ ਬਹੁਤ ਬੜੀ ਦੇਣ ਹੈ, ਬੜੀ ਕੁਰਬਾਨੀ ਹੈ ਉਹਨਾਂ ਦੀ। ਪਰੰਤੂ ਮੈਂ ਸਮਝਦਾ ਕਿ ਇਹ ਸੈਸ਼ਨ ਹੋਰ ਲੰਮਾ ਹੋਣਾ ਚਾਹੀਦਾ ਸੀਗਾ। ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਬਾਰੇ ਜਿਹੜੇ ਅਸੀਂ ਬੈਠੇ ਸੀ ਸਾਰੇ ਐਮਐਲਏਜ਼, ਤੇ ਉਹਦੀ ਵਿਚਾਰਧਾਰਾ ਬਾਰੇ ਹੋਰ ਡਿਸਕਸ ਹੋਣਾ ਚਾਹੀਦਾ ਸੀਗਾ, ਉਹਦੀ ਬਾਣੀ ਬਾਰੇ ਹੋਰ ਡਿਸਕਸ ਹੋਣਾ ਚਾਹੀਦਾ ਸੀਗਾ। ਸਿਰਫ 4 ਜਿਹੜੇ ਹੈਗੇ ਨੇ ਬੁਲਾਰੇ ਉੱਪਰਲੇ ਬੋਲੇ ਸੀ, ਅਸੀਂ ਸਮਝਦੇ ਸੀ ਉਹ ਵੀ ਠੀਕ ਹੈ, ਵਧੀਆ ਬੋਲੇ ਨੇ, ਬਹੁਤ ਅੱਛੇ ਉਹਨਾਂ ਦਾ ਵਿਚਾਰ ਸੀਗੇ। ਪਰੰਤੂ ਮੈਂ ਚਾਹੁੰਦਾ ਸੀ ਵੀ ਇਹਨੂੰ 2-3 ਘੰਟਿਆਂ ਵਾਸਤੇ ਹੋਰ ਵੱਖ-ਵੱਖ ਜਿਹੜੇ ਥੱਲੇ ਮਤਲਬ ਹਰੇਕ ਪਾਰਟੀ ਦੇ ਬੁਲਾਰੇ ਸੀਗੇ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਸੀ। 400 ਸਾਲੇ ਦਾ ਵਿੱਚ ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਲੋਕਾਂ ਪਿੱਛੇ ਲਾਈ ਹੈ, ਸਾਰੀ ਜ਼ਿੰਦਗੀ ਲੋਕਾਂ ਦੇ ਮੁੱਦਿਆਂ ਪਿੱਛੇ ਲਾਈ ਹੈ। ਉਹਨਾਂ ਨੇ ਹੋਰ ਧਰਮ ਦੇ ਰੱਖਿਆ ਕਰਨ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ ਹਿੰਦੀ ਚਾਦਰ ਬਣ ਕੇ ਕੁਰਬਾਨੀ ਦਿੱਤੀ ਹੈ। ਉਹਨਾਂ ਨੇ ਖੂਹ ਲਵਾਏ, ਉਸ ਵਕਤ ਪਾਣੀ ਬਹੁਤ ਖਾਰਾ ਹੁੰਦਾ ਸੀ, ਸਿੱਖਿਆ ਦਾ ਪ੍ਰਬੰਧ ਕੀਤਾ। ਜਿੱਥੇ ਕਿਤੇ ਵੀ ਜ਼ੁਲਮ ਹੁੰਦਾ ਗੁਰੂ ਸਾਹਿਬ ਆਪ ਅੜ ਜਾਂਦੇ। ਉਹਨਾਂ ਦੇ ਦਾਦਾ ਜੀ ਗੁਰੂ ਅਰਜਨ ਸਾਹਿਬ ਤਵੀ ਤੇ ਬੈਠੇ, ਉਹਨਾਂ ਦਾ ਗਾਹਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਰਬੰਸ ਵਾਰਿਆ। ਸੋ ਇਹ ਸਾਰਾ ਜਦੋਂ ਗੁਰੂ ਸਾਹਿਬ ਖੁਦ ਮੁੱਦਿਆਂ ਦੇ ਉੱਤੇ, ਲੋਕਾਂ ਦੇ ਮੁੱਦਿਆਂ ਤੇ ਲੋਕਾਂ ਦੀ ਤਕਲੀਫਾਂ ਉੱਤੇ ਇੰਨਾ ਆਪਣਾ ਕੁਰਬਾਨੀ ਕਰ ਸਕਦੇ ਹੈ, ਤਾਂ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਸਮਝਦੇ ਸੀ ਕਿ ਲੋਕਾਂ ਜਿਹੜੇ ਹੁਣ ਪ੍ਰੈਜ਼ੈਂਟ ਮੁੱਦੇ ਨੇ, ਉਹ ਕਹਿੰਦੇ ਵੀ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਸਪੀਕਰ ਸਾਹਿਬ ਨਾਲ, ਵੀ ਸਪੀਕਰ ਸਾਹਿਬ ਨੇ ਕਿਹਾ ਵੀ ਅਸੀਂ ਕੁਝ 15 ਕਿ ਦਿਨਾਂ ਦੇ ਬਾਅਦ ਅਸੀਂ ਫੇਰ ਇੱਕ ਮੌਨਸੂਨ ਸੈਸ਼ਨ ਬੁਲਾਵਾਂਗੇ, 3-4 ਦਿਨ ਲੰਬਾ, ਉੱਥੇ ਅਸੀਂ ਸਾਰੇ ਮੁੱਦੇ ਡਿਸਕਸ ਕਰਾਂਗੇ। तो ਅਸੀਂ ਵੀ ਚਾਹੁੰਦੇ ਹਾਂ ਵੀ ਡਿਸਕਸ ਹੋਣੇ ਚਾਹੀਦੇ ਨੇ, ਕਿਉਂਕਿ ਬਹੁਤ ਵੱਡਾ ਹੈ, ਲਗਭਗ ਲਾਸਟ ਸੈਸ਼ਨ ਵਾਂਗੂ ਹੈਗਾ ਤੇ ਮੁੱਦੇ ਸਾਰੇ ਲੋਕਾਂ ਦੇ ਜਿਹੜੇ ਹੈਗੇ ਨੇ ਉਹ ਪੈਂਡਿੰਗ ਪਏ ਨੇ। ਔਰ ਵੱਡੀ ਪੱਧਰ ਤੇ ਕਪੜੇਬਾਜ਼ੀ ਹੋ ਰਹੀ ਹੈ, ਵੱਡੀ ਪੱਧਰ ਤੇ ਪੋਸਟਾਂ ਖਾਲੀ ਪਈਆਂ ਨੇ, ਮਾਫੀਆ ਜਿਹੜਾ ਹੈਗਾ ਉਹ ਕੰਟਰੋਲ ਕਰ ਰਿਹਾ ਹੈ। ਕਿਸੇ ਵੀ ਕਿਸਮ ਦੇ ਪਾਵਰ ਪਰਚੇਜ ਐਗਰੀਮੈਂਟ ਨੇ ਉਹਨਾਂ ਦਾ ਮਤਲਬ ਸਾਰਾ ਉਹੀ ਜਿਉਂ ਤਿਉਂ ਪਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿੱਥੇ ਜਿਸ ਬਾਣੀ ਦੇ ਵਿੱਚ, ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਸੀ, ਉਹ ਖੁਦ ਦੇਖੋ ਉਹ ਬਾਣੀ ਦਾ ਜਿਹੜਾ ਬੇਅਦਬੀ ਹੋਈ ਹੈ, ਉਹ ਬਦਵੀ ਦਾ ਸਾਰਾ ਮੁੱਦਾ ਹਜੇ ਪੈਂਡਿੰਗ ਪਿਆ। ਸ਼ਰਾਬ ਦਾ ਮੁੱਦਾ ਪੈਂਡਿੰਗ ਪਿਆ, ਰੇਤ ਮਾਫੀਆ ਦਾ ਮੁੱਦਾ ਪੈਂਡਿੰਗ ਪਿਆ। ਮੈਂ ਕੀ ਸਮਝਦਾ ਵੀ ਕਿ ਮੁੱਦਾ ਕੋਈ ਹੱਲ ਕੀਤੇ ਨਹੀਂ ਕਾਂਗਰਸ ਨੇ। ਅੱਜ ਪੈਨਸ਼ਨ ਗਰੀਬ ਬੰਦਿਆਂ ਦੀਆਂ ਜਿਹੜੀਆਂ ਮਤਲਬ ਆਟਾ ਦਾਲ ਕਾਰਡ ਸੀਗੇ ਉਹ ਕੱਟੇ ਜਾ ਰਹੇ ਨੇ। ਉਹਨਾਂ ਨੂੰ ਪੈਨਸ਼ਨਾਂ ਜਿਹੜੀ ਹੈਗਾ ਅਸੀਂ 1500 ਰੁਪਏ ਪੈਨਸ਼ਨ ਦਿੱਤੀ ਹੈ, ਵਾਅਦਾ ਕੀਤਾ ਗਿਆ ਸੀ 2500 ਪੈਨਸ਼ਨ ਦਾ। ਸੋ ਕਾਫੀ ਸਾਰੇ ਮੁੱਦੇ ਪੈਂਡਿੰਗ ਪਏ ਨੇ, ਉਹਨਾਂ ਦੇ ਵਿਚਾਰ ਚਰਚਾ ਕਰਨ ਵਾਸਤੇ ਚਾਹੁੰਦੇ ਆ ਕਿ ਘੱਟੋ ਘੱਟ 15 ਦਿਨ ਦਾ ਲਾਈਵ ਸੈਸ਼ਨ ਹੋਣਾ ਚਾਹੀਦਾ। श्री गुरु तेग बहादुर जी के 400 साला प्रकाश पुरब नूं समर्पित पंजाब विधान सभा के विशेष इजलास दौरान मुख्यमंत्री कैप्टन अमरिंदर सिंह ने अपने संबोधन विच कहा कि जेकर असीं श्री गुरु तेग बहादुर साहिब के हुक्म अते संदेश ते चलीए तां वखरी ही दुनिया वेखण नूं मिलेगी। कैप्टन अमरिंदर सिंह ने कहा कि सानूं गुरु जी के दिखाए रस्ते अते विचारधारा अनुसार चलना चाहिए है। As always, sir, as you mentioned, Governor Sahab, it is very difficult to follow a brilliant speaker. And for me, I have to follow 2 speakers. And one, I think the exposition which I heard today by Justice Kayer was absolutely brilliant. And all of us, certainly, I have learned so much from what you said today. And to follow you, sir, is an impossibility. What we are today talking about, the 9th Guru of ours, it is his 400th birth anniversary, Prakash Purab. ਤੇ ਜਦੋਂ ਵੀ ਇਹ ਮੌਕੇ ਆਉਂਦੇ ਨੇ, ਅਸੀਂ ਆਪਣੇ ਗੁਰੂਆਂ ਦੀ ਜਾਂ ਕੁਝ ਇਹੋ ਜਿਹੇ ਵਾਕਿਆਤ ਹੁੰਦੇ ਨੇ ਜਿਹੜੇ ਅਸੀਂ ਯਾਦ ਕਰਾਉਂਦੇ ਹਾਂ। ਮੈਨੂੰ ਯਾਦ ਹੈ ਪਿਛਲੀ ਸਰਕਾਰ ਵਿੱਚ 350 ਸਾਲ 10ਵੇਂ ਪਾਤਸ਼ਾਹ ਦਾ ਸੀ, 400 ਸਾਲ ਗੁਰੂ ਗ੍ਰੰਥ ਸਾਹਿਬ ਦਾ ਸੀ, ਹੁਣ ਐਤਕੀ 550 ਸਾਲ ਗੁਰੂ ਨਾਨਕ ਦੇਵ ਜੀ ਦਾ, ਔਰ ਅੱਜ 400 ਸਾਲਾ ਸਾਡੇ ਤੇਗ ਬਹਾਦਰ ਸਾਹਿਬ ਦਾ। what history, what tradition, ਸਭ ਕੁਛ ਹੈ। ਇਹਨਾਂ ਦੀ ਅਗਰ ਅਸੀਂ ਆਦੇਸ਼ਾਂ ਤੇ ਚੱਲਦੇ ਰਹੇ ਤੇ it would be a different country and a different world. Today, what was his message in his basic message?
was religious tolerance, and for religious tolerance उन्होंने अपना शीश झुकाया. And whereas this message doesn't remain within the confines of our small Punjab, it goes to the entire nation and across the oceans to the other countries of this globe. ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗੇ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਕੁਮਾਰ ਨੇ ਸਿਹਤ ਆਧਾਰ ਤੇ ਅੰਤਰਿਮ ਜ਼ਮਾਨਤ ਮੰਗੀ ਸੀ। ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੇ ਮੈਡੀਕਲ ਰਿਕਾਰਡਸ ਤੇ ਗੌਰ ਕੀਤਾ ਅਤੇ ਕਿਹਾ ਕਿ ਇੱਥੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਸੀ ਅਤੇ ਉਸ ਦੀ ਹਾਲਤ ਸਥਿਰ ਹੈ ਤੇ ਉਸ ਵਿੱਚ ਸੁਧਾਰ ਹੋ ਰਿਹਾ ਹੈ। ਸੀਨੀਅਰ ਵਕੀਲ HS ਫੁਲਕਾ ਨੇ ਇਸ ਬਾਬਤ ਜਾਣਕਾਰੀ ਦਿੱਤੀ। ਅੱਜ ਸੁਪਰੀਮ ਕੋਰਟ ਦੇ ਵਿੱਚ ਸੱਜਣ ਕੁਮਾਰ ਦਾ ਕੇਸ ਲੱਗਿਆ ਸੀ। ਸੱਜਣ ਕੁਮਾਰ ਨੇ ਆਪਣੀ ਬੇਲ ਦੇ ਵਾਸਤੇ ਅਪਲਾਈ ਕੀਤਾ ਤੇ ਉਸਨੇ ਇੱਕ ਤਾਂ ਕਿਹਾ ਕਿ ਉਹਦੀ ਅਪੀਲ ਆ ਜਿਹੜੀ ਉਹ ਅਪੀਲ ਉਸ ਦੀ ਕੋਰਟ ਨੇ ਕਿਹਾ ਸੀ ਕਿ ਮਈ 2020 ਦੇ ਵਿੱਚ ਅਪੀਲ ਦੀ ਫਾਈਨਲ ਸੁਣਵਾਈ ਹੋਏਗੀ। ਜਦੋਂ ਉਹਨੇ ਪਹਿਲਾਂ ਬੇਲ ਫਾਈਲ ਕੀਤੀ ਸੀ ਕੋਰਟ ਨੇ ਕਿਹਾ ਸੀ ਅਸੀਂ ਅਪੀਲ ਹੀ ਫਾਈਨਲੀ ਸੁਣਾਂਗੇ ਤੇ ਬੇਲ ਨਹੀਂ ਸੀ ਉਹਨੂੰ ਦਿੱਤੀ ਤੇ ਹੁਣ ਉਹਨੇ ਐਪਲੀਕੇਸ਼ਨ ਫਾਈਲ ਕੀਤੀ ਕਿ ਮਈ 2020 ਚ ਮੇਰੀ ਅਪੀਲ ਤੇ ਸੁਣਵਾਈ ਹੋਣੀ ਸੀ ਪਰ ਅਜੇ ਤੱਕ ਸੁਣਵਾਈ ਨਹੀਂ ਹੋਈ ਤੇ ਹੁਣ ਵੀ ਪਤਾ ਨਹੀਂ ਕਿੰਨਾ ਦੇਰ ਲੱਗੂਗਾ ਅਪੀਲ ਦੀ ਸੁਣਵਾਈ ਹੋਣ ਨੂੰ ਤੇ ਮੇਰੀ ਬੇਲ ਮੈਨੂੰ ਬੇਲ ਦਿੱਤੀ ਜਾਵੇ ਕਿ ਨਾਲੇ ਉਸਨੇ ਬੇਲ ਪੱਕੀ ਬੇਲ ਮੰਗੀ ਸੀ ਕਿ ਜਿੰਨੀ ਦੇਰ ਅਪੀਲ ਚੱਲਦੀ ਆ ਤੇ ਮੈਨੂੰ ਬੇਲ ਦਿੱਤੀ ਜਾਵੇ ਮੇਰੀ ਔਰ ਮੈਂ ਬੇਲ ਤੇ ਰਹਾਂ ਅਪੀਲ ਜਿੰਨੀ ਦੇਰ ਪੈਂਡਿੰਗ ਪਈ ਆ। ਨਾਲ ਉਸਨੇ ਮੈਡੀਕਲ ਬੇਲ ਵੀ ਨਾਲ ਮੰਗੀ ਸੀ ਕਿ ਮੇਰੀ ਮੈਡੀਕਲ ਕੰਡੀਸ਼ਨ ਬਹੁਤ ਹੀ ਸੀਰੀਅਸ ਆ 18 ਕਿਲੋ weight ਘਟ ਗਿਆ ਤੇ ਨਾਲ ਉਹ ਜੇਲ੍ਹ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਹਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਫਦਰਜੰਗ ਹਸਪੀਟਲ ਲਿਆਂਦਾ ਗਿਆ ਤੇ ਤਕਰੀਬਨ ਹੁਣ ਮੇਰਾ ਖਿਆਲ 3 ਹਫ਼ਤੇ ਹੋ ਗਏ ਉਹ ਸਫਦਰਜੰਗ ਹਸਪੀਟਲ ਐਡਮਿਟ ਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬੇਲ ਦਿੱਤੀ ਜਾਵੇ ਕਿਉਂਕਿ ਮਦੰਤਾ ਹਸਪੀਟਲ ਦੇ ਵਿੱਚ ਉਸ ਦਾ ਪਹਿਲਾਂ ਇਲਾਜ ਚੱਲਦਾ ਸੀ ਤਾਂ ਕਿ ਮਦੰਤਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਾ ਸਕੇ। ਉਸਨੇ ਇੱਕ ਮਦੰਤਾ ਤੋਂ ਪਹਿਲਾਂ ਸਰਟੀਫਿਕੇਟ ਵੀ ਲਿਆ ਕੇ ਫਾਈਲ ਕੀਤਾ ਸੀ ਜਿਹਦੇ ਵਿੱਚ ਸੀਗਾ ਕਿ ਹੋ ਸਕਦਾ ਕਿ ਇਹਨੂੰ ਕੈਂਸਰ ਹੋਵੇ ਤੋ ਇਸ ਕਰਕੇ ਇਹਨੂੰ ਹਸਪੀਟਲ ਦੇ ਵਿੱਚ ਰੱਖ ਕੇ ਇਹਦੇ ਸਾਰੇ ਟੈਸਟ ਕਰਨੇ ਆ ਤੋ ਇਹ ਉਸਨੇ ਆਪਣੀਆਂ ਦਲੀਲਾਂ ਦਿੱਤੀਆਂ ਤੇ ਉਹਦੇ ਵਕੀਲ ਨੇ ਇਹ ਵੀ ਕਿਹਾ ਕਿ ਇੱਕ ਆਲਰੇਡੀ ਇੱਕ ਹੋਰ ਮੁਲਜ਼ਮ ਸੱਜਣ ਕੁਮਾਰ ਦੇ ਨਾਲ ਜੋ ਸੀਗਾ ਇੱਕ XMLA ਮਹਿੰਦਰ ਯਾਦਵ ਉਹ ਮਹਿੰਦਰ ਯਾਦਵ ਵੀ ਬਿਮਾਰ ਸੀ ਉਹਨੇ ਵੀ ਆਪਣੀ ਮੈਡੀਕਲ ਬੇਲ ਜਦੋਂ ਅਪਲਾਈ ਕੀਤੀ ਤਾਂ ਸੁਪਰੀਮ ਕੋਰਟ ਨੇ ਉਹ ਵੀ ਨਹੀਂ ਗ੍ਰਾਂਟ ਕੀਤੀ ਉਹਨੂੰ ਰਿਜੈਕਟ ਕਰਤਾ। ਉਧਰ ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ। ਉਨ੍ਹਾਂ ਤਲਖ ਲਹਿਜ਼ੇ ਵਿੱਚ ਕਿਹਾ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਉਦਘਾਟਨ ਦੇਸ਼ ਭਗਤ ਹੋਣ ਦਾ ਢੋਂਗ ਕਰ ਰਿਹਾ ਹੈ ਅਤੇ ਦੂਜੇ ਪਾਸੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਆਂ ਚਲਾਈਆਂ ਗਈਆਂ। जो करनाल टोल प्लाजा पर हरियाणा के मुख्यमंत्री ने मोदी और अमित शाह को खुश करने के लिए जो किसानों पर अत्याचार और लाठीचार्ज किया है ये साबित कर दिया है कि जो मोदी ने जलियांवाला बाग का नवीनीकरण करके लोगों को ये दर्शाने की कोशिश की है कि मैं बहुत बड़ा देशभक्त हूँ और जलियांवाले बाग के शहीदों को की याद को उनकी दोबारा उसका नवीनीकरण करा। लेकिन दूसरी तरफ ये अपने जो किसान देश के किसान जो शांतमय रहते हुए अपने आवाज़ उठा रहे हैं उन पर SDM ये कहता है कि इनको आगे नहीं जाने देना, इनके सिर फोड़ दो, टांगे तोड़ दो और उनके बाजू तोड़ दो। और वही कुछ हुआ। तो मैं ये मोदी से पूछना चाहता हूँ कि तेरे को क्या अधिकार है कि तू जलियांवाले बाग का नवीनीकरण कैसे कर रहा है। सो ये आज जनरल अडवायर के इतिहास को भी मात पा दिया है इसने। तालिबानों की बात चलती है, ये तो तालिबानों का भी बाप निकला है
जो जुर्म इसने करनाल पर किया, लेकिन हमारे एक नौजवान ने, जो कि दमाल गुरजंट सिंह नाम का सिख था और उस शस्त्रधारी था, उसके हाथ में खंडा भी था, लेकिन उसने जबर का मुकाबला सब्र से किया, उसने हाथ नहीं उठाया। क्योंकि बीजेपी चाहती है कि ये जो संघर्ष है, ये हिंसकों और ये लोग पुलिस को मारे और पुलिस इनको मारे, तो ये जो संघर्ष चल रहा है इसको फेल किया है। लेकिन हमारे नौजवान आज तक ਭਾਰਤ ਨੇ ਤਾਲਿਬਾਨ ਨੂੰ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਉਸ ਦੀ ਪਹਿਲ ਅਤੇ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਭਾਰਤ ਖਿਲਾਫ ਅੱਤਵਾਦੀ ਸਰਗਰਮੀਆਂ ਲਈ ਨਹੀਂ ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੋਹਾਂ ਵਿੱਚ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਦੇ ਪ੍ਰਮੁੱਖ ਦੇ ਨਾਲ ਹੋਈ ਗੱਲਬਾਤ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਭਾਰਤ ਦਾ ਰੁਖ ਸਪਸ਼ਟ ਕੀਤਾ। हमारा जो मेन कंसर्न है, one of the primary immediate concern is that Afghan soil should not be used for terrorist, anti-Indian activities or terrorism against India. I think you saw that in our press release. हमने इस बारे में काफ़ी कह रखा। ये हमारा एक मेन मुद्दा है। Let's just treat the Doha meeting for what it is. It is just a meeting, and I think these are still very early days. We think the vast majority Indians जो निकलना चाहते थे निकल गए हैं वहाँ से। हमारी जो अफगानिस्तान स्पेशल सेल है उनसे कांटेक्ट में है, पर लेट मी एम्फसाइज वास्ट मेजॉरिटी निकल गए हैं, बहुत कम लोग बाकी होंगे इंडियंस हैं कुछ पक्का, क्योंकि हम वी आर इन टच विद देम। दोहा मीटिंग में हमने इस बात पे हमारी जो कंसर्न है ये हमने उसको कन्वे तो कर दिया है। ਦਿੱਲੀ ਵਿਧਾਨ ਸਭਾ ਵਿੱਚ ਇੱਕ ਖੁਫੀਆ ਸੁਰੰਗ ਦੀ ਜਾਣਕਾਰੀ ਮਿਲੀ ਹੈ। ਇਸ ਦੀ ਖਬਰ ਮਿਲਦੇ ਹੀ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲੇ ਨੂੰ ਜੋੜਦੀ ਹੈ। ਹਾਲਾਂਕਿ ਸੁਰੰਗ ਦੇ ਇਤਿਹਾਸ ਤੇ ਕੋਈ ਸਪਸ਼ਟਤਾ ਨਹੀਂ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਇਸਤੇਮਾਲ ਅੰਗਰੇਜ਼ਾਂ ਵੱਲੋਂ ਸੁਤੰਤਰਤਾ ਸੈਨਾਨੀਆਂ ਨੂੰ ਟ੍ਰਾਂਸਫਰ ਕਰਦੇ ਸਮੇਂ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੀਤਾ ਗਿਆ ਹੋਵੇਗਾ। देखिए, मैं 1993 में जब विधायक बना, उस वक्त भी माउथ टू माउथ यहाँ के एम्प्लॉय जो 85 साल से 30 साल से 40 साल से चले आ, जानकारी में मिला कि यहाँ एक सुरंग है जो लाल किले तक जाती है और जहाँ क्रांतिकारियों को यहाँ लाया जाता था। उस सुरंग के बारे में मैंने कुछ इतिहास ढूंढने की कोशिश की, वो नहीं मिला, लेकिन सुरंग का जो जायज़ा लिया गया उस जायजे के आधार पर एक सुरंग का माउथ मिला है, लेकिन उस सुरंग को आगे हम नहीं खोद रहे हैं, क्योंकि सुरंग के सारे रास्ते, मेट्रो बना, उनका पाइल फाउंडेशन हुआ, बहुत डीपली सीवर लाइन डली, वो सब डैमेज हो चुके हैं। मकसद ये था कि इस सुरंग थी किस जगह पर थी उसको आइडेंटिफाई करके उसको निकाला जाए। माउथ उसका निकल गया। ये सुरंग, जैसा आपने भी कहा निरंजन जी, 1912 में कलकत्ता से राजधानी दिल्ली बनी। उस वक्त उसको सेंट्रल लेजिस्लेटिव असेंबली बोलते थे। तो हमारे सब नेता, नेहरू, लाला लाजपत राय, जो भी इंडियन नेता चुने जाते थे वो यहाँ बैठते थे। 58 की संख्या टोटल होती थी। उस 58 की संख्या में मेजॉरिटी ब्रिटिश की रहती थी। 1912 के बाद 1926 में वर्तमान जो लोकसभा है, ये लोकसभा यहाँ से शिफ्ट होकर के वर्तमान जो लोकसभा है वहाँ चली गई। 1926 में बिल्डिंग खाली हो गई। ब्रिटिश लोगों ने इसको कोर्ट में बदल दिया, न्यायालय में तब्दील कर दिया कि और एक सुरंग के जरिए लाल किले से क्रांतिकारियों में लाया जाना।